morning students. Now we will start our next topic of 5th chapter, topic number 3rd. ਇਹਦੇ ਵਿੱਚ ਆਪਾਂ ਪੜਾਂਗੇ ਸੈਂਟਰਲ ਬੈਂਕ ਐਂਡ ਕ੍ਰੈਡਿਟ ਕੰਟਰੋਲ ਜਾਂ ਫਿਰ ਇਹਨਾਂ ਨੂੰ ਕੀ ਕਿਹਾ ਜਾਂਦਾ ਮੈਥਡਸ ਆਫ ਕ੍ਰੈਡਿਟ ਕੰਟਰੋਲ। ਠੀਕ ਹੈ, ਇਹ ਤੋਂ ਪਹਿਲਾਂ ਆਪਾਂ ਸੈਂਟਰਲ ਬੈਂਕ ਦੇ ਫੰਕਸ਼ਨਸ ਆ ਜਿਹੜੇ ਉਹ ਕੰਪਲੀਟ ਕਰ ਲਏ। ਠੀਕ ਹੈ, ਹੁਣ ਅੱਜ ਆਪਾਂ ਕਰਾਂਗੇ ਮੈਥਡਸ ਆਫ ਕ੍ਰੈਡਿਟ ਕੰਟਰੋਲ। ਜਿਹੜਾ ਵੀ ਆਪਣੇ ਜਿਹੜੀ ਇਕੋਨਮੀ ਦੇ ਵਿੱਚ ਪੈਸਾ ਜਾਂ ਮਨੀ ਸਪਲਾਈ ਹੋ ਰਹੀ ਆ, ਠੀਕ ਹੈ, ਉਹਨੂੰ ਕ੍ਰੈਡਿਟ ਕੰਟਰੋਲ ਦੇ ਨਾਮ ਨਾਲ ਵੀ ਜਾਣਿਆ ਜਾਂਦਾ। ਠੀਕ ਹੈ, ਉਹਦਾ ਕੰਟਰੋਲ ਕਿਹਦੇ ਕੋਲ ਹੁੰਦਾ? ਸੈਂਟਰਲ ਬੈਂਕ ਕੋਲ। ਇਹਨੂੰ ਅੱਗੇ ਆਪਾਂ ਇਹਦੇ ਮੈਥਡਸ ਨੂੰ ਕੀ ਐਕਸਪਲੇਨ ਕਰਾਂਗੇ। ਦੇਖੋ, ਦ ਮੇਨ ਫੰਕਸ਼ਨ of the central bank is the control the credit in the country। ਠੀਕ ਹੈ, ਸਭ ਤੋਂ ਮੇਨ ਫੰਕਸ਼ਨ ਕਿਹਦਾ ਸੈਂਟਰਲ ਬੈਂਕ ਦਾ ਹੁੰਦਾ ਇੱਕ ਕੰਟਰੀ ਦੇ ਵਿੱਚ, ਆਪਦੀ ਕੰਟਰੀ ਦੇ ਵਿੱਚ ਕੀ ਕ੍ਰੈਡਿਟ ਨੂੰ ਆਪਣੇ ਕੰਟਰੋਲ ਦੇ ਵਿੱਚ ਰੱਖਣਾ ਤੇ ਉਹਨੂੰ ਰੈਗੂਲੇਟ ਕਰਨਾ। The policy of credit control is also known as the monetary policy of central bank। ਠੀਕ ਹੈ, ਜਿਹੜੀ ਪਾਲਿਸੀ ਬਣਾਉਂਦਾ ਵਾ ਉਹ ਕੌਣ? ਸੈਂਟਰਲ ਬੈਂਕ। ਠੀਕ ਹੈ, ਉਹ ਪਾਲਿਸੀ ਨੂੰ, ਜੋ ਪਾਲਿਸੀ ਕ੍ਰੈਡਿਟ ਕੰਟਰੋਲ ਕਰਨ ਲਈ ਬਣਾਈ ਜਾਂਦੀ ਆ, ਠੀਕ ਹੈ, ਉਹਨੂੰ ਹੋਰ ਵੀ ਕੀ ਕਿਹਾ ਜਾਂਦਾ? ਮੋਨੀਟਰੀ ਪਾਲਿਸੀ ਆਫ ਸੈਂਟਰਲ ਬੈਂਕ। ਉਹਨੂੰ ਹੋਰ ਕਿਹਦੇ ਨਾਮ ਨਾਲ ਜਾਣਿਆ ਜਾਂਦਾ? ਮੋਨੀਟਰੀ ਪਾਲਿਸੀ ਆਫ ਸੈਂਟਰਲ ਬੈਂਕ। ਹੁਣ ਆਪਾਂ ਦੇਖਦੇ ਹਾਂ ਵੀ ਇਹ ਜਿਹੜੀ ਪਾਲਿਸੀ ਬਣਾਈ ਜਾਂਦੀ ਹੈ ਇਹ ਕੀ ਕਰਦੀ ਹੈ। ਠੀਕ ਹੈ, ਇਹਦੇ ਕੰਮ ਕੀ ਆ? Under this policy, central bank influence economic activities by increasing or decreasing ਨੂੰ reducing ਵੀ ਕਹਿ ਦਿੰਦੇ ਆ। ਠੀਕ ਹੈ, the availability, supply and cost of credit in the economy। ਠੀਕ ਹੈ, ਆਪਣੀ ਇਕੋਨਮੀ ਦੇ ਵਿੱਚ ਇਹ ਪਾਲਿਸੀ ਨੂੰ ਕਿਉਂ ਬਣਾਇਆ ਜਾਂਦਾ? ਕਿਉਂਕਿ ਆਪਣੀ ਇਕੋਨਮੀ ਦੇ ਵਿੱਚ ਬਹੁਤ ਸਾਰੀਆਂ ਇਕਨੋਮਿਕ ਐਕਟੀਵਿਟੀਜ਼ ਹੁੰਦੀਆਂ। ਠੀਕ ਹੈ, ਉਹਨਾਂ ਇਕਨੋਮਿਕ ਐਕਟੀਵਿਟੀਜ਼ ਦੇ ਲਈ ਕੀ ਆ? ਅਵੇਲੇਬਿਲਿਟੀ ਆਫ ਮਨੀ, ਸਪਲਾਈ ਆਫ ਮਨੀ ਅਤੇ ਕੋਸਟ ਆਫ ਮਨੀ ਨੂੰ ਕਈ ਵਾਰੀ ਕੀ ਇਨਕਰੀਜ਼ ਕਰਨਾ ਪੈਂਦਾ ਅਤੇ ਕਈ ਵਾਰੀ ਡਿਕਰੀਜ਼ ਕਰਨਾ ਪੈਂਦਾ। ਤਾਂ ਕਰਕੇ ਇਹ ਪਾਲਿਸੀ ਨੂੰ ਬਣਾਇਆ ਗਿਆ। ਠੀਕ ਹੈ, ਇਸ ਪਾਲਿਸੀ ਦੇ ਅੰਡਰ ਜਿਹੜਾ ਸਾਰਾ ਕੰਮ ਕੀਤਾ ਜਾਂਦਾ, ਜਿਹਦੇ ਵਿੱਚ ਕੀ ਆ? ਸਪਲਾਈ ਆਫ ਮਨੀ, ਕੋਸਟ ਆਫ ਮਨੀ, ਅਵੇਲੇਬਿਲਿਟੀ ਆਫ ਮਨੀ ਨੂੰ ਇਨਕਰੀਜ਼ ਜਾਂ ਡਿਕਰੀਜ਼ ਕੀਤਾ ਜਾਂਦਾ, ਵਧਾਇਆ ਜਾਂ ਘਟਾਇਆ ਜਾ ਸਕਦਾ। ਇਸ ਤੋਂ ਅੱਗੇ ਇਨ ਆਰਡਰ ਟੂ ਡੂ ਦੈਟ ਸੋ, ਠੀਕ ਹੈ, ਇੰਨਾ ਸਾਰਾ ਕੁਛ ਕਰਨ ਦੇ ਲਈ ਸੈਂਟਰਲ ਬੈਂਕ ਰਿਸੋਰਟਸ ਟੂ ਵੇਰੀਅਸ ਮੈਜ਼ਰਸ ਅੰਡਰ ਇਟਸ ਮੋਨੀਟਰੀ ਪਾਲਿਸੀ। ਠੀਕ ਹੈ, ਹੁਣ ਆਪਾਂ ਨੂੰ ਪਤਾ ਵੀ ਇਹਨਾਂ ਸਾਰੇ ਕੰਮਾਂ ਨੂੰ ਕਰਨ ਦੇ ਲਈ ਉਹਨਾਂ ਨੇ ਇੱਕ ਮੋਨੀਟਰੀ ਪਾਲਿਸੀ ਬਣਾਈ ਸੀ। ਕਹਿੰਦੇ ਇਹ ਕੰਮਾਂ ਨੂੰ ਕਰਨ ਦੇ ਲਈ ਕੀ ਕੀਤਾ? ਸੈਂਟਰਲ ਬੈਂਕ ਨੇ ਬਹੁਤ ਸਾਰੇ ਕੀ ਆ ਮੈਜ਼ਰਸ ਬਣਾਏ, ਬਹੁਤ ਸਾਰੇ ਮਾਪਕ ਬਣਾਏ। ਠੀਕ ਹੈ, ਥੀਜ਼ ਮੈਜ਼ਰਸ ਆਰ ਆਲਸੋ ਨੋਨ ਐਜ਼ ਮੈਥਡਸ ਆਫ ਕ੍ਰੈਡਿਟ ਕੰਟਰੋਲ। ਠੀਕ ਹੈ, ਤਾਂ ਹੀ ਇਹਨਾਂ ਮੈਥਡਸ ਨੂੰ ਸਾਰਿਆਂ ਨੂੰ ਕੀ ਕਿਹਾ ਜਾਂਦਾ? ਇਹਨਾਂ ਸਾਰੇ ਮੈਜ਼ਰਸ ਨੂੰ ਕੀ ਕਿਹਾ ਜਾਂਦਾ? ਮੈਥਡਸ ਆਫ ਕ੍ਰੈਡਿਟ ਕੰਟਰੋਲ। ਠੀਕ ਹੈ, ਜਿਨ੍ਹਾਂ ਰਾਹੀਂ ਕੀ ਆ ਜਿਹੜੀ ਆਪਣੀ ਮੋਨੀਟਰੀ ਪਾਲਿਸੀ ਆ ਉਹ ਕੀ ਕਰਦੀ ਆ? ਐਕਟੀਵਿਟੀਜ਼ ਨੂੰ ਕੰਟਰੋਲ ਦੇ ਵਿੱਚ ਰੱਖਦੀ ਹੈ, ਕ੍ਰੈਡਿਟ ਨੂੰ ਕੰਟਰੋਲ ਕਰਦੀ ਆ। ਠੀਕ ਹੈ, ਉਹ ਸਾਰੇ ਮੈਜ਼ਰਸ ਨੂੰ ਕੀ ਕਿਹਾ ਜਾਂਦਾ? ਮੈਥਡਸ ਆਫ ਕ੍ਰੈਡਿਟ ਕੰਟਰੋਲ। ਹੁਣ ਦੇਖੋ ਅੱਗੇ ਜਿਹੜੇ ਮੈਥਡਸ ਆਫ ਕ੍ਰੈਡਿਟ ਕੰਟਰੋਲ ਆ ਉਹਨਾਂ ਨੂੰ ਦੋ ਹਿੱਸਿਆਂ ਦੇ ਵਿੱਚ ਵੰਡਿਆ ਜਾਂਦਾ। ਫਸਟ ਹੈ ਕੁਆਂਟੀਟੇਟਿਵ ਮੈਥਡਸ ਆਫ ਕ੍ਰੈਡਿਟ ਕੰਟਰੋਲ ਐਂਡ ਸੈਕਿੰਡ ਹੈ ਕੁਆਲੀਟੇਟਿਵ ਮੈਥਡਸ ਆਫ ਕ੍ਰੈਡਿਟ ਕੰਟਰੋਲ। ਸਭ ਤੋਂ ਪਹਿਲਾਂ ਅੱਜ ਆਪਾਂ ਇਹ ਗੱਲ ਕੀ ਕਰਨੀ ਆ? ਕੁਆਂਟੀਟੇਟਿਵ ਮੈਥਡਸ ਆਫ ਕ੍ਰੈਡਿਟ ਕੰਟਰੋਲ ਦੀ। ਉਹਦੇ ਵਿੱਚ ਕੀ ਆ? ਸਭ ਤੋਂ ਪਹਿਲਾਂ ਕਿਹੜੇ ਮੈਜ਼ਰਸ ਆਉਣਗੇ, ਕਿਹੜੇ ਮੈਥਡਸ ਆ? ਇਹਦੇ ਵਿੱਚ 4 ਤਰ੍ਹਾਂ ਦੇ ਮੈਥਡਸ ਆ। ਫਸਟ ਮੈਥਡ ਬੈਂਕ ਰੇਟ ਐਂਡ ਰੈਪੋ ਰੇਟ, ਸੈਕਿੰਡ ਓਪਨ ਮਾਰਕੀਟ ਓਪਰੇਸ਼ਨਸ, ਥਰਡ ਮਿਨੀਮਮ ਰਿਜ਼ਰਵ ਰੇਸ਼ੋ, ਫੋਰਥ ਲਿਕੁਇਡਿਟੀ ਰੇਸ਼ੋ। ਅੱਜ ਕੀ ਆਪਾਂ ਸਿਰਫ ਜਾਣਾਂਗੇ ਕਿ ਬੈਂਕ ਰੇਟ ਅਤੇ ਰੈਪੋ ਰੇਟ ਕੀ ਹੁੰਦਾ, ਇਹਨਾਂ ਵਿੱਚ ਕੀ ਡਿਫਰੈਂਸ ਆ। ਠੀਕ ਹੈ, ਦੇਖੋ ਫਸਟ ਹੈ ਕੁਆਂਟੀਟੇਟਿਵ ਮੈਥਡ ਦਾ ਫਸਟ ਮੈਥਡ ਆ ਜਿਹੜਾ ਉਹ ਹੈਗਾ ਬੈਂਕ ਰੇਟ ਐਂਡ ਦਾ ਰੈਪੋ ਰੇਟ। ਹੁਣ ਸਭ ਤੋਂ ਪਹਿਲਾਂ ਆਪਾਂ ਨੂੰ ਪਤਾ ਹੋਣਾ ਚਾਹੀਦਾ ਵੀ ਬੈਂਕ ਰੇਟ ਕੀ ਹੁੰਦਾ ਅਤੇ ਰੈਪੋ ਰੇਟ ਕੀ ਹੁੰਦਾ। ਪਹਿਲਾਂ ਆਪਾਂ ਦੇਖਾਂਗੇ ਕਿ ਬੈਂਕ ਰੇਟ ਇਜ਼ ਦਾ ਰੇਟ ਐਟ ਵਿਚ ਕਮਰਸ਼ੀਅਲ ਬੈਂਕਸ ਕੈਨ borrow money from RBI to meet their cash requirements। ਠੀਕ ਹੈ, ਬੈਂਕ ਰੇਟ ਕਹਿੰਦੇ ਉਹ ਰੇਟ ਆ ਜਿਹਦੇ 'ਤੇ ਕੋਈ ਵੀ ਕਮਰਸ਼ੀਅਲ ਬੈਂਕ ਆ RBI ਤੋਂ ਕੀ ਲੈਂਦਾ? ਉਧਾਰ ਲੈਂਦਾ। ਠੀਕ ਹੈ, ਦੇਖੋ
ਕੋਈ ਵੀ ਕਮਰਸ਼ੀਅਲ ਬੈਂਕ ਆ ਜਦੋਂ RBI ਤੋਂ ਕੀ ਆ ਪੈਸੇ ਉਧਾਰ 'ਚ ਲੈਂਦਾ, ਠੀਕ ਹੈ। RBI ਉਹਨੂੰ ਕੀ ਆ ਪੈਸੇ ਉਧਾਰੇ ਦੇ ਦਿੰਦਾ, ਪਰ ਕੀ ਆ ਬਦਲੇ ਵਿੱਚ ਉਦੋਂ ਰੇਟ ਆਫ ਇੰਟਰਸਟ ਲੈਂਦਾ, ਠੀਕ ਹੈ। ਜਦੋਂ ਕਮਰਸ਼ੀਅਲ ਬੈਂਕ ਨੂੰ ਉਹ ਪੈਸੇ ਵਾਪਸ ਕਰਨੇ ਹੁੰਦੇ ਨੇ ਤਾਂ ਉਹ ਕੀ ਆ ਇਸ ਇੰਟਰਸਟ ਰੇਟ ਨੂੰ ਨਾਲ ਇਨਕਲੂਡ ਕਰਕੇ ਆ ਉਹਨੂੰ ਵਾਪਸ ਕਰਦਾ RBI ਨੂੰ, ਠੀਕ ਹੈ। ਇਹਨੂੰ ਕੀ ਕਹਿ ਦਿੰਦੇ ਆ, ਬੈਂਕ ਰੇਟ। ਅੱਗੇ ਦੇਖੋ, ਬੈਂਕ ਰੇਟ ਰਿਲੇਟਸ ਟੂ ਦਾ ਲੋਨਸ ਆਫਰਡ ਬਾਈ ਦਾ RBI ਟੂ ਦਾ ਕਮਰਸ਼ੀਅਲ ਬੈਂਕਸ ਵਿਦਾਊਟ ਐਨੀ ਕੋਲੇਟਰਲ ਸਿਕਿਉਰਿਟੀ, ਠੀਕ ਹੈ। ਇਹਦਾ ਮੀਨਿੰਗ ਦੇਖੋ ਹੁਣ ਕੀ ਕਹਿੰਦੇ ਆ, ਜਿਹੜਾ ਬੈਂਕ ਰੇਟ ਆ ਕਹਿੰਦੇ ਉਹ ਲੋਨਸ ਆ ਜਿਹੜੇ RBI ਕਿਹਨੂੰ ਦਿੰਦਾ, ਕਮਰਸ਼ੀਅਲ ਬੈਂਕ ਨੂੰ, ਵਿਦਾਊਟ ਐਨੀ ਕੋਲੇਟਰਲ ਮਤਲਬ ਕਿਸੇ ਵੀ ਤਰ੍ਹਾਂ ਦੀ ਸਿਕਿਉਰਿਟੀ, ਠੀਕ ਹੈ। ਕੋਈ ਵੀ ਤਰ੍ਹਾਂ ਦੀ ਇਹੋ ਜਿਹੀ ਸੰਪਤੀ ਜਿਹਨੂੰ ਕਹਿ ਸਕਦੇ ਹਾਂ ਕਿ ਜਿਹੜਾ ਕਮਰਸ਼ੀਅਲ ਬੈਂਕ RBI ਨੂੰ ਨਹੀਂ ਦਿੰਦਾ, ਠੀਕ ਹੈ। ਇਹਦਾ ਮੀਨਿੰਗ ਕੀ ਬਣਿਆ ਵੀ ਜਿਹੜਾ ਬੈਂਕ ਰੇਟ ਆ ਉਹ ਰੇਟ ਆ ਜਿਹਦੇ 'ਤੇ RBI ਕੀ ਆ ਕਮਰਸ਼ੀਅਲ ਬੈਂਕਸ ਨੂੰ ਜਿਹੜੇ ਲੋਨਸ ਪ੍ਰੋਵਾਈਡ ਕਰਦਾ, ਪਰ ਉਹਦੇ ਬਦਲੇ ਲੋਨਸ ਦੇ ਬਦਲੇ ਕਿਸੇ ਵੀ ਤਰ੍ਹਾਂ ਦੀ ਉਹਦੀ ਸਿਕਿਉਰਿਟੀ ਜਾਂ ਪ੍ਰੋਪਰਟੀ ਨਹੀਂ ਲੈਂਦਾ, ਠੀਕ ਹੈ। ਉਹ ਸਿੱਧੇ ਪੈਸੇ ਦੇ ਦਿੰਦਾ ਅਤੇ ਵਾਪਸ ਕਿਵੇਂ ਕਰਨੇ ਹੁੰਦੇ ਆ, ਉਹਨਾਂ ਨੇ ਇੱਕ ਰੇਟ ਆਫ ਇੰਟਰਸਟ ਦੇ। ਉਸ ਤੋਂ ਬਿਨਾਂ ਜਿਹੜਾ RBI ਆ ਹੋਰ ਬੈਂਕਾਂ ਨੂੰ, ਕਮਰਸ਼ੀਅਲ ਬੈਂਕਾਂ ਨੂੰ ਇੱਦਾਂ ਕਦੇ ਵੀ ਨਹੀਂ ਕਹਿੰਦਾ ਕਿ ਕਿਸੇ ਤਰ੍ਹਾਂ ਦੀ ਪ੍ਰੋਪਰਟੀ ਉਹਦੇ ਕੋਲ ਜਮ੍ਹਾਂ ਕਰਵਾਈ ਜਾਵੇ, ਠੀਕ ਹੈ। ਇਸ ਤੋਂ ਅੱਗੇ ਦੇਖੋ, ਬੈਂਕ ਰੇਟ ਰਿਲੇਟਸ ਟੂ ਦਾ ਲੌਂਗ ਟਰਮ ਬੋਰਿੰਗ ਬਾਏ ਦਾ ਕਮਰਸ਼ੀਅਲ ਬੈਂਕ, ਠੀਕ ਹੈ। ਜਿਹੜੇ ਬੈਂਕ ਰੇਟ ਹੁੰਦੇ ਆ, ਠੀਕ ਹੈ, ਉਹ ਇੱਕ ਤਰ੍ਹਾਂ ਦੇ ਉਹ ਰੇਟ ਹੁੰਦੇ ਆ ਜਿਹੜੇ ਕਮਰਸ਼ੀਅਲ ਬੈਂਕ ਲੰਮੇ ਸਮੇਂ ਦੇ ਲਈ ਜਿਹੜਾ RBI ਤੋਂ ਲੋਨਸ ਲੈਂਦੇ ਆ, ਠੀਕ ਹੈ। ਜਿਵੇਂ ਕਿ ਬਹੁਤ 10 ਸਾਲਾਂ ਲਈ, 5 ਸਾਲਾਂ ਦੇ ਲਈ, ਠੀਕ ਹੈ। ਇਹੋ ਜਿਹੇ ਜਿਹੜੇ ਲੋਨਸ ਆ ਕਮਰਸ਼ੀਅਲ ਬੈਂਕ ਦੁਆਰਾ ਲਏ ਜਾਂਦੇ ਆ ਉਹ ਕੀ ਹੈ, ਬੈਂਕ ਰੇਟ ਵਿੱਚ ਆ ਜਾਂਦੇ ਆ। ਅੱਗੇ ਦੇਖੋ, ਬੈਂਕ ਰੇਟ ਡਜ਼ ਨਾਟ ਅਲਾਓ ਐਨੀ ਫੈਕਲਟੀ ਆਫ ਰੀਪਰਚੇਜ਼ ਆਫ ਸਿਕਿਉਰਿਟੀਜ਼, ਠੀਕ ਹੈ। ਹੁਣ ਦੇਖੋ, ਜਦੋਂ ਆਪਾਂ ਪਹਿਲਾਂ ਹੀ ਪੜ੍ਹ ਲਿਆ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਸਿਕਿਉਰਿਟੀ ਨਹੀਂ ਲਈ ਜਾਂਦੀ RBI ਦੁਆਰਾ, ਠੀਕ ਹੈ। ਇਸ ਤਰ੍ਹਾਂ ਰੀਪਰਚੇਜ਼ ਵੀ ਇਹਦੇ ਵਿੱਚ ਨਹੀਂ ਹੁੰਦੀ। ਮਤਲਬ ਜਦੋਂ ਜਿਹੜੇ ਕਮਰਸ਼ੀਅਲ ਬੈਂਕ ਆ ਉਹਨਾਂ ਨੇ ਕਿਸੇ ਤਰ੍ਹਾਂ ਦੀ ਉਹਨਾਂ ਨੂੰ ਸਿਕਿਉਰਿਟੀ ਨਹੀਂ ਦਿੱਤੀ, ਠੀਕ ਹੈ, ਤਾਂ ਉਹ ਸਿਰਫ ਕੀ ਵਾਪਸ ਕਰਨਗੇ, ਆਪਣਾ ਰੇਟ ਆਫ ਇੰਟਰਸਟ, ਠੀਕ ਹੈ। ਇਸ ਤਰ੍ਹਾਂ ਇਹਨੂੰ ਅੱਗੇ ਆਪਾਂ ਦੇਖਦੇ ਹਾਂ, ਜ਼ਿਆਦਾ ਕਲੀਅਰ ਹੋਊਗਾ, ਠੀਕ ਹੈ। ਤਾਂ ਕਰਕੇ ਇਹਨੂੰ ਕੀ ਕਹਿੰਦੇ ਆ, ਦਾ ਬੈਂਕ ਰੇਟ ਇਜ਼ ਸਿੰਪਲੀ ਦਾ ਰੇਟ ਆਫ ਡਿਸਕਾਊਂਟ। ਇਹਨੂੰ ਹੋਰ ਵੀ ਕੀ ਕਿਹਾ ਜਾਂਦਾ, ਰੇਟ ਆਫ ਡਿਸਕਾਊਂਟ ਵੀ ਕਿਹਾ ਜਾਂਦਾ। ਅੱਗੇ ਇਹਦੀ ਐਗਜ਼ਾਮਪਲ ਦੇਖੋ, ਇਫ ਬੈਂਕ A ਨੀਡਸ 10 lakhs, ਮਤਲਬ ਇੱਕ ਬੈਂਕ ਆ A ਆ, ਠੀਕ ਹੈ, ਉਹਨੂੰ ਕਿੰਨੇ ਪੈਸੇ ਚਾਹੀਦੇ ਆ, 10 ਲੱਖ ਰੁਪਏ ਚਾਹੀਦੇ ਆ, ਠੀਕ ਹੈ। ਉਹ ਕੀ ਕਰੂਗਾ, ਉਹ ਸੈਂਟਰਲ ਬੈਂਕ ਤੋਂ ਉਹਨਾਂ ਨੂੰ ਬੋਰੋ ਕਰ ਲੂਗਾ, ਉਧਾਰ ਕਰ ਲੂਗਾ, ਅਤੇ ਜਦੋਂ ਉਹਨੂੰ ਕੀ ਆ, ਦੇ ਮਸਟ ਪੇ, ਪਰ ਉਹਨੂੰ ਪੇ ਕਰਨੇ ਪੈਣਗੇ ਇਟ ਬੈਂਕ ਵਿਦ ਦਾ 10% ਰੇਟ, ਠੀਕ ਹੈ। ਉਹ ਕੀ ਕਹਿੰਦੇ, RBI ਕਹਿੰਦਾ ਮੈਂ ਤੈਨੂੰ ਪੈਸੇ ਤਾਂ ਦੇ ਦੂੰਗਾ 10 ਲੱਖ ਰੁਪਏ, ਪਰ ਉਹਦੇ ਬਦਲੇ ਵਿੱਚ ਤੈਨੂੰ ਕੀ ਜਦੋਂ ਵਾਪਸ ਕਰਨੇ ਆ ਉਹਦੇ ਨਾਲ ਰੇਟ ਆਫ ਇੰਟਰਸਟ ਆ ਜਿਹੜਾ 10% ਨਾਲ ਦੇਣਾ ਪਊਗਾ। ਦੇਖੋ ਹਾਂ, ਦੇਖੋ ਇੱਕ RBI ਇਧਰਲੀ ਸਾਈਡ 'ਤੇ ਕੋਈ ਬੈਂਕ A ਆ। ਹੁਣ ਜਿਹੜਾ RBI ਆ ਉਹਨੂੰ ਕੀ ਕਹਿੰਦਾ, ਪੈਸੇ ਦੇ ਦਿੰਦਾ, ਠੀਕ ਹੈ, ਪਰ ਉਹਨੇ ਜਦੋਂ ਵਾਪਸ ਕਰਨੇ ਹੁੰਦੇ ਆ ਉਹਦੇ 'ਤੇ ਕੀ ਲਾਉਂਦਾ, ਰੇਟ ਆਫ ਇੰਟਰਸਟ ਲਾਉਂਦਾ। ਉਹ 10 ਲੱਖ ਤਾਂ ਵਾਪਸ ਕਰਦਾ ਪਲੱਸ 10% ਰੇਟ ਆਫ ਇੰਟਰਸਟ ਦੇ ਨਾਲ। ਇਹਨੂੰ ਕੀ ਕਹਿ ਦਿੰਦੇ ਆ, ਬੈਂਕ ਰੇਟ ਕਹਿ ਦਿੰਦੇ ਆ। ਹੁਣ ਅੱਗੇ ਆਪਾਂ ਦੇਖ ਸਕਦੇ ਹਾਂ ਕਿ ਬੈਂਕ ਰੇਟ ਦੇ ਵਿੱਚ ਕੀ ਕੀ ਆ ਜਾਂਦਾ, ਲੋਨਸ ਆਫਰਡ ਬਾਏ ਦਾ RBI ਟੂ ਕਮਰਸ਼ੀਅਲ ਬੈਂਕਸ, ਠੀਕ ਹੈ। ਇਹਦੇ ਵਿੱਚ ਲੋਨ ਆਫਰ ਕੀਤੇ ਜਾਂਦੇ ਆ RBI ਦੁਆਰਾ ਟੂ ਕਮਰਸ਼ੀਅਲ ਬੈਂਕ ਵਿਦਾਊਟ ਐਨੀ ਕੋਲੇਟਰਲ ਸਿਕਿਉਰਿਟੀ, ਮਤਲਬ ਕਿਸੇ ਤਰ੍ਹਾਂ ਦੀ ਕੋਈ ਸਿਕਿਉਰਿਟੀ ਨਹੀਂ ਲਈ ਜਾਂਦੀ। ਅੱਗੇ ਦੇਖੋ, ਲੌਂਗ ਟਰਮ ਦੇ ਲਈ ਹੁੰਦੇ ਆ, ਠੀਕ ਹੈ, ਲੰਬੇ ਸਮੇਂ ਦੇ ਲਈ ਲੋਨ ਲੈ ਸਕਦੇ ਆ। ਨੋਨ ਐਜ਼ ਦਾ ਰੇਟ ਆਫ ਡਿਸਕਾਊਂਟ, ਇਹਨੂੰ ਰੇਟ ਆਫ ਡਿਸਕਾਊਂਟ ਵੀ ਕਿਹਾ ਜਾਂਦਾ। ਅੱਗੇ ਦੇਖੋ, ਬੈਂਕ ਰੇਟ, ਰੈਪੋ ਰੇਟ ਕੀ ਹੁੰਦਾ, ਰੈਪੋ ਰੇਟ ਰਿਲੇਟਸ ਟੂ ਦਾ ਲੋਨਸ ਆਫਰਡ ਬਾਏ ਦਾ RBI ਟੂ ਦਾ ਕਮਰਸ਼ੀਅਲ ਬੈਂਕ। ਸੇਮ ਡੈਫੀਨੇਸ਼ਨ ਆ, ਪਰ ਫਰਕ ਕੀ ਹੈ, ਕਹਿੰਦੇ ਇਹ ਵੀ ਇੱਕ ਤਰ੍ਹਾਂ ਦੇ ਲੋਨ ਆ ਜਿਹੜੇ ਕੀ ਆ RBI ਦੁਆਰਾ ਕਮਰਸ਼ੀਅਲ ਬੈਂਕ ਨੂੰ ਦਿੱਤੇ ਜਾਂਦੇ ਆ। ਨੋਟ ਵਿਦਾਊਟ ਕੋਲੇਟਰਲ, ਠੀਕ ਹੈ, ਇਹਦੇ ਵਿੱਚ ਪਰ ਕਹਿੰਦੇ ਉਹਨਾਂ ਨੇ ਕੀ ਕਿਹਾ ਸੀਗਾ, ਬੈਂਕ ਰੇਟ ਦੇ ਵਿੱਚ ਵੀ ਵਿਦਾਊਟ ਕੋਲੇਟਰਲ, ਇਹਦੇ ਵਿੱਚ ਹੈਗਾ ਨੋਟ ਵਿਦਾਊਟ ਕੋਲੇਟਰਲ, ਮਤਲਬ ਇਹਦੇ ਵਿੱਚ ਸਿਕਿਉਰਿਟੀਜ਼ ਦੇਣੀਆਂ ਪੈਂਦੀਆਂ,
ਵਿਚ ਆਰ ਪਲੈਸਡ ਐਜ਼ ਸਿਕਿਉਰਿਟੀ ਫॉर द ਲੋਨਸ। ਕਹਿੰਦੇ ਉਹਨਾਂ ਨੂੰ ਇੱਕ ਤਰ੍ਹਾਂ ਦਾ ਵਾਅਦਾ ਕਰਨਾ ਪੈਂਦਾ ਕਮਰਸ਼ੀਅਲ ਬੈਂਕ ਨੂੰ ਵੀ ਅਸੀਂ ਤੁਹਾਡੀਆਂ ਜਿਹੜੀਆਂ ਸਿਕਿਉਰਿਟੀਜ਼ ਆ ਉਹਨਾਂ ਜਿਹੜੀਆਂ ਆਪਦੀਆਂ ਸਿਕਿਉਰਿਟੀਜ਼ ਆ ਉਹਨਾਂ ਨੂੰ ਤੁਹਾਨੂੰ ਦੇ ਦਾਂਗੇ ਅਤੇ ਲੋਨ ਵਾਪਸ ਕਰ ਦਾਂਗੇ। ਠੀਕ ਹੈ, ਦੇਖੋ ਅੱਗੇ ਆ ਰੈਪੋ ਰੇਟ ਰਿਲੇਟਸ ਟੂ ਦਾ ਸ਼ਾਰਟ ਟਰਮ ਬੋਰਿੰਗ ਬਾਈ ਦਾ। ਇਹ ਜਿਹੜਾ ਬੈਂਕ ਰੇਟ ਸੀ ਉਹ ਕੀ ਸੀ ਲੌਂਗ ਟਰਮ, ਇਹ ਕੀ ਆ ਸ਼ਾਰਟ ਟਰਮ ਦੇ ਲਈ, ਮਤਲਬ ਕੁਝ ਡੇਜ਼ ਦੇ ਲਈ ਇਹ ਲਿਆ ਜਾਂਦਾ। ਅੱਗੇ ਦੇਖੋ ਰੈਪੋ ਰੇਟ ਅਲਾਉਜ਼ repurchase of securities. The holder of the securities can repurchase them at the later date। ਠੀਕ ਹੈ, ਇਹਦੇ ਵਿੱਚ ਜਿਹੜੀਆਂ ਕਮਰਸ਼ੀਅਲ ਬੈਂਕ ਤੁਹਾਨੂੰ ਸਿਕਿਉਰਿਟੀਜ਼ ਦਿੰਦਾ RBI ਨੂੰ, ਠੀਕ ਹੈ, ਉਹ ਦੁਬਾਰਾ ਖਰੀਦਦਾ। ਠੀਕ ਹੈ, ਇਹਨੂੰ ਆਪਾਂ ਕੀ ਆ ਐਗਜ਼ਾਮਪਲ ਰਾਹੀਂ ਦੇਖਦੇ ਹਾਂ। ਇਸ ਤੋਂ ਬਿਨਾਂ ਇਹਨੂੰ ਹੋਰ ਵੀ ਕੀ ਕਿਹਾ ਜਾਂਦਾ ਰੀਪਰਚੇਜ਼ ਰੇਟ। ਮੰਨ ਲਓ ਕਹਿੰਦੇ ਇੱਕ ਪਾਸੇ RBI ਆ ਅਤੇ ਇੱਕ ਪਾਸੇ ਕੀ ਆ ਬੈਂਕ A ਆ। ਠੀਕ ਹੈ, ਹੁਣ ਆਪਾਂ ਰੀਪਰਚੇਜ਼ ਰੇਟ ਪਤਾ ਕਰਨਾ ਵੀ ਇਹ ਹੁੰਦਾ ਕੀ ਆ। ਦੇਖੋ ਕੀ ਕਹਿੰਦੇ ਆ, ਇੱਕ ਕੀ ਆ ਕੈਸ਼ ਲੈਂਡਰ ਆ, ਠੀਕ ਹੈ, RBI ਨੇ ਕੈਸ਼ ਦੇਣਾ, ਅਤੇ ਇੱਕ ਕੀ ਆ ਜਿਹੜਾ ਬੈਂਕ A ਆ ਕੈਸ਼ ਬੋਰੋਅਰ ਆ ਜਿਹਨੇ ਕਿ ਬੈਂਕ ਤੋਂ ਉਧਾਰ ਲੈਣਾ। ਠੀਕ ਹੈ, ਹੁਣ ਕੀ ਆ ਬੈਂਕ A ਕੀ ਕਹੂਗਾ ਗਿਵ ਕੈਸ਼, ਮਤਲਬ ਮੈਨੂੰ ਕੈਸ਼ ਦਿਓ ਅਤੇ ਟੇਕ ਸਿਕਿਉਰਿਟੀਜ਼, ਅਤੇ ਮੇਰੀਆਂ ਕੁਝ ਸਿਕਿਉਰਿਟੀਜ਼ ਲੈ ਲਓ। ਸਿਕਿਉਰਿਟੀ ਮਤਲਬ ਕਿਸੇ ਤਰ੍ਹਾਂ ਦੀ ਕੋਈ ਵੀ ਸੰਪਤੀ ਜਿਹੜੀ ਬੈਂਕ A ਕੋਲ ਪਈ ਆ ਉਹਨੂੰ ਉਹਦੇ ਕੋਲ ਜਮ੍ਹਾਂ ਕਰਵਾ ਦੂਗਾ। ਠੀਕ ਹੈ, RBI ਕੀ ਕਹਿੰਦਾ ਟੇਕ ਕੈਸ਼। ਠੀਕ ਹੈ, ਕਹਿੰਦੇ ਜਿਹੜਾ ਕੈਸ਼ ਆ ਉਹ ਮੇਰੇ ਤੋਂ ਲੈ ਲਓ ਪਰ ਗਿਵ ਸਿਕਿਉਰਿਟੀਜ਼, ਪਰ ਮੈਨੂੰ ਸਿਕਿਉਰਿਟੀਜ਼ ਦੇ ਦਿਓ। ਆਈ ਵਿਲ ਸੈਲ ਸਿਕਿਉਰਿਟੀਜ਼ ਬੈਕ, ਕਹਿੰਦੇ ਜਦੋਂ ਤੂੰ ਮੈਨੂੰ ਇਹ ਪੈਸੇ ਵਾਪਸ ਕਰ ਦੇਂਗਾ, ਠੀਕ ਹੈ, ਅਤੇ ਮੈਂ ਤੁਹਾਨੂੰ ਜਿਹੜੀਆਂ ਸਿਕਿਉਰਿਟੀਜ਼ ਆ ਬੈਕ ਕਰ ਦੂੰਗਾ। ਉਹ ਕੀ ਕਹਿੰਦਾ ਆਈ ਵਿਲ ਬਾਏ ਸਿਕਿਉਰਿਟੀਜ਼ ਬੈਕ, ਕੀ ਕਹਿੰਦੇ ਆ ਠੀਕ ਹੈ ਵੀ ਜਿਹੜੀਆਂ ਸਿਕਿਉਰਿਟੀਜ਼ ਮੈਂ ਤੈਨੂੰ ਦਿੱਤੀਆਂ ਅਤੇ ਮੈਂ ਦੁਬਾਰਾ ਕੀ ਆ ਬਾਏ ਕਰ ਲੂੰਗਾ। ਠੀਕ ਹੈ, ਇਸ ਤਰ੍ਹਾਂ ਆਪਾਂ ਕਹਿ ਸਕਦੇ ਹਾਂ ਕਿ ਇਹਦੇ ਵਿੱਚ ਰੀਪਰਚੇਜ਼ ਆਫ ਰੇਟ ਹੁੰਦਾ। ਮਤਲਬ ਤੁਸੀਂ ਕਿਸੇ ਵੀ ਇੱਕ ਮੰਨ ਲਓ ਆਪਾਂ ਆਮ ਜ਼ਿੰਦਗੀ ਦੇ ਵਿੱਚ ਐਗਜ਼ਾਮਪਲ ਲੈ ਸਕਦੇ ਹਾਂ, ਇੱਕ ਸੁਨਿਆਰੇ ਤੋਂ ਕੀ ਆ 10 ਲੱਖ ਰੁਪਇਆ ਲੈ ਲਿਆ। ਠੀਕ ਹੈ, ਉਹਦੇ ਬਦਲੇ ਦੇ ਵਿੱਚ ਉਹਨੂੰ ਆਪਦੀ ਤੁਸੀਂ ਕੋਈ ਵੀ ਰਿੰਗ ਵਗੈਰਾ ਦੇਤੀ ਗੋਲਡ ਦੀ। ਠੀਕ ਹੈ, ਹੁਣ ਸੁਨਿਆਰੇ ਨੇ ਕੀ ਕਹਿਣਾ ਵੀ ਮੈਂ ਤੈਨੂੰ 10 ਜਿਹੜਾ ਲੱਖ ਰੁਪਇਆ ਤਾਂ ਦੇ ਦੂੰਗਾ ਪਰ ਉਹਦੇ ਬਦਲੇ ਮੈਨੂੰ ਸਿਕਿਉਰਿਟੀ ਚਾਹੀਦੀ ਹੈ। ਤੁਸੀਂ ਐਜ਼ ਅ ਸਿਕਿਉਰਿਟੀ ਕੀ ਦਿੱਤਾ ਉਹਨੂੰ ਗੋਲਡ ਦੀ ਰਿੰਗ ਦੇਤੀ। ਠੀਕ ਹੈ, ਕੁਝ ਸਮੇਂ ਬਾਅਦ ਤੁਹਾਡੇ ਕੋਲ ਪੈਸੇ ਆ ਗਏ ਤਾਂ ਤੁਸੀਂ ਵਾਪਸ ਕਰਤੇ। ਠੀਕ ਹੈ, ਤੁਸੀਂ ਉਹ ਲੱਖ ਰੁਪਇਆ ਸੁਨਿਆਰੇ ਨੂੰ ਵਾਪਸ ਕਰਤਾ। ਹੁਣ ਸੁਨਿਆਰਾ ਕੀ ਕਰੂਗਾ ਤੁਹਾਡੀ ਜਿਹੜੀ ਕੋਈ ਵੀ ਰਿੰਗ ਆ ਉਹਨੂੰ ਵਾਪਸ ਕਰ ਦੂਗਾ। ਠੀਕ ਹੈ, ਇਹ ਕੀ ਹੋ ਗਿਆ ਰੀਪਰਚੇਜ਼ਡ। ਪਹਿਲਾਂ ਉਹਨੇ ਉਹਦੇ ਤੋਂ ਲੈ ਲਈ ਸਿਕਿਉਰਿਟੀ, ਠੀਕ ਹੈ, ਫਿਰ ਬਾਅਦ 'ਚ ਉਹਨੇ ਫਿਰ ਰੀਪਰਚੇਜ਼ ਕਰ ਲਈ, ਫਿਰ ਉਹਦੇ ਤੋਂ ਖਰੀਦ ਲਈ। ਠੀਕ ਹੈ, ਤਾਂ ਕਰਕੇ ਇਹਨੂੰ ਕੀ ਕਿਹਾ ਜਾਂਦਾ ਰੀਪਰਚੇਜ਼ਡ ਕਿਹਾ ਜਾਂਦਾ। ਹੁਣ ਆਪਾਂ ਦੇਖ ਸਕਦੇ ਹਾਂ ਵੀ ਇਹਦੇ ਵਿੱਚ ਕੀ ਆ ਲੋਨਸ ਆਫਰਡ ਬਾਏ ਦਾ RBI। ਠੀਕ ਹੈ, ਲੋਨਸ ਕੌਣ ਆਫਰ ਕਰਦਾ RBI ਵਿਦ ਕੋਲੇਟਰਲ ਸਿਕਿਉਰਿਟੀਜ਼ ਦਿੱਤੀਆਂ ਜਾਂਦੀਆਂ। ਇਹ ਸ਼ਾਰਟ ਟਰਮ ਲਈ ਹੁੰਦੀ ਆ ਅਤੇ ਇਹਨੂੰ ਹੋਰ ਵੀ ਕੀ ਕਿਹਾ ਜਾਂਦਾ ਰੀਪਰਚੇਜ਼ ਰੇਟ ਵੀ ਕਿਹਾ ਜਾਂਦਾ। ਠੀਕ ਹੈ, ਇਹੀ ਇਹਨਾਂ ਦੇ ਵਿੱਚ ਡਿਫਰੈਂਸ ਆ।